बिन तेल दीवा क्यों जले, दीवा क्यों जले। बिन तेल दीवा क्यों जले। ਸ਼ਲੋਕ ਨਾਨਕ ਨਾਮ ਨਾਮ ਜਪ ਜਪਿਆ ਅੰਤਰ ਬਾਹਰ ਰੰਗ, ਗੁਰ ਪੂਰੇ ਉਪਦੇਸਿਆ ਨਰਕ ਨਾਹੇ ਸਾਧ ਸੰਗ। ਇਸ ਸ਼ਲੋਕ ਵਿੱਚ ਪੰਜਵੀਂ ਪਾਤਸ਼ਾਹੀ ਦੱਸ ਰਹੇ ਹੈ, ਜਿਨ੍ਹਾਂ ਨੇ ਗੁਰਾਂ ਦੀ ਬਾਣੀ ਗੁਰਮੁਤ ਨੂੰ ਜਾਣਿਆ, ਹਿਰਦੇ ਵਿੱਚ ਵਸਾਇਆ, ਉਹਨਾਂ ਦੇ ਅੰਦਰ ਤੇ ਬਾਹਰ ਪ੍ਰੇਮ ਦਾ ਰੰਗ ਚੜ੍ਹ ਗਿਆ। ਸਤਿਗੁਰਾਂ ਦਾ ਉਪਦੇਸ਼ ਹੈ, ਜੋ ਇਸ ਨਾਲ ਜੁੜਦਾ ਹੈ, ਗਿਆਨ ਦੀ ਸੰਗਤ ਕਰਕੇ ਉਹ ਬੁਰਾਈਆਂ ਨੂੰ ਛੱਡ ਦਿੰਦਾ ਹੈ। ਗੁਰ ਪ੍ਰਸਾਦੀ ਘਟ ਚਾਨਣਾ ਹਨੇਰ ਗਵਾਇਆ, ਲੋਹਾ ਪਾਸ ਭੇਟੀਏ ਕੰਚਨ ਹੋਇਆ ਆ। ਗੁਰੂ ਦੀ ਮੱਤ ਦੇ ਰਾਹੀਂ ਹਿਰਦੇ ਵਿੱਚੋਂ ਹਨੇਰਾ ਦੂਰ ਹੋ ਜਾਂਦਾ ਹੈ, ਮਾਇਆ ਵਿੱਚ ਸੁੱਤਾ ਮਨ ਜਾਗ ਪੈਂਦਾ ਹੈ। ਜਿਵੇਂ ਲੋਹਾ ਪਾਸ ਦੀ ਸੰਗਤ ਕਰਕੇ ਕੀਮਤੀ ਰਤਨ ਬਣ ਜਾਂਦਾ ਹੈ, ਇਸੇ ਤਰ੍ਹਾਂ ਗੁਰੂ ਦੀ ਸੰਗਤ ਕਰਕੇ ਗੁਣਹੀਣ ਜੀਵ ਵੀ ਗੁਣਾਂ ਨੂੰ ਧਾਰਨ ਕਰ ਲੈਂਦਾ ਹੈ। ਜਿਨ ਕੈ ਪੋਤੇ ਪੁੰਨ ਹੈ ਤਿਨੀ ਦਰਸ਼ਨ ਪਾਇਆ। ਜਿਸ ਦੀ ਮੱਤ ਵਿੱਚ ਗੁਰੂ ਦੀ ਕਿਰਪਾ ਵਰਤਦੀ ਹੈ, ਉਹ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਦਾ ਹੈ। ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਜੀਵ ਆਪਣੀ ਮਰਜ਼ੀ ਨਾਲ ਕੁਝ ਨਹੀਂ ਕਰ ਸਕਦਾ, ਗੁਰੂ ਦੇ ਹੁਕਮ ਵਿੱਚ ਸੰਸਾਰ ਵਿੱਚ ਪੈਦਾ ਹੁੰਦਾ ਹੈ ਅਤੇ ਹੁਕਮ ਵਿੱਚ ਹੀ ਪਰਿਵਾਰ ਨਾਲ ਮੋਹ ਪੈ ਜਾਂਦਾ ਹੈ। ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿੱਤਰ ਵਿਸਰੇ, ਮੋਹ ਉਪਜੇ ਭਾਵ ਦੂਜਾ ਲਾਇਆ। ਕਹੇ ਨਾਨਕ ਗੁਰ ਪ੍ਰਸਾਦੇ, ਜਿਨ੍ਹਾਂ ਲਿਵ ਲਾਗੇ ਤਿਨੇ ਵਿੱਚੇ ਮਾਇਆ ਪਾਇਆ। ਪ੍ਰਭੂ ਦੇ ਹੁਕਮ ਵਿੱਚ ਪ੍ਰਭੂ ਨਾਲ ਲਗਨ ਲੱਗ ਜਾਂਦੀ ਹੈ, ਮਾਇਆ ਦਾ ਹੁਕਮ ਸ਼ੁਰੂ ਹੋ ਜਾਂਦਾ ਹੈ। ਜੀਵ ਨੂੰ ਤ੍ਰਿਸ਼ਨਾ ਆਪਣੀ ਲਪੇਟ ਵਿੱਚ ਲੈ ਲੈਂਦੀ ਹੈ। ਇਹ ਸਰੀਰ ਹੀ ਮਾਇਆ ਹੈ, ਇਸ ਨਾਲ ਪ੍ਰੀਤ ਲੱਗਣ ਕਰਕੇ ਹਰੀ ਦੀ ਯਾਦ ਭੁੱਲ ਜਾਂਦੀ ਹੈ। ਦੁਨਿਆਵੀ ਖਿੱਚਾਂ ਪਾਪ ਸੰਸਾਰ ਨਾਲ ਜੀਵ ਜੁੜ ਜਾਂਦਾ ਹੈ। ਇਹੋ ਸਰੀਰ ਮਾਇਆ ਕਾ ਪੁਤਲਾ, ਵਿੱਚ ਹਉਮੈ ਦੁਸ਼ਟੀ ਪਾਈ। ਇਹ ਸਰੀਰ ਹੀ ਵਾਹਿਗੁਰੂ ਦੀ ਮਾਇਆ ਦੀ ਰਚੀ ਖੇਡ ਹੈ। ਇਸ ਵਿੱਚ ਖੁਦਗਰਜੀ ਅਤੇ ਮੈਂ ਮੇਰੀ ਵਾਲਾ ਸੁਭਾਅ ਪਰਮਾਤਮਾ ਨੇ ਪਾਇਆ ਹੈ। ਸਤਿਗੁਰੂ ਦੱਸ ਰਹੇ ਹਨ, ਹੇ ਨਾਨਕ, ਬਾਣੀ ਦੀ ਬਰਕਤ ਅਤੇ ਗੁਰੂ ਦੀ ਕਿਰਪਾ ਨਾਲ ਇਹ ਮਨ ਫਿਰ ਪ੍ਰਭੂ ਨਾਲ ਸਾਂਝ ਪਾ ਸਕਦਾ ਹੈ। ਗੁਰ ਗਿਆਨ ਲੈ ਕੇ ਮਾਇਆ ਦੇ ਮੋਹ ਤੋਂ ਉੱਪਰ ਉੱਠ ਕੇ ਜਿਉਂਦੇ ਜੀ ਮਾਇਆ ਦੇ ਬੰਧਨਾਂ ਤੋਂ ਮੁਕਤੀ ਪ੍ਰਾਪਤ ਕਰ ਸਕਦਾ ਹੈ। ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ। ਨਾ ਦਿਨ ਰੈਣ ਨਾ ਚੰਦ ਨਾ ਸੂਰਜ, ਸੁਨ ਸਮਾਧ ਲਗਾਏ ਦਾ। ਇਸ ਸ਼ਬਦ ਵਿੱਚ ਪਹਿਲੀ ਪਾਤਸ਼ਾਹੀ ਅਕਾਲ ਪੁਰਖ ਵਾਹਿਗੁਰੂ ਦੀ ਬੇਅੰਤਤਾ ਦਾ ਵਰਣਨ ਕਰ ਰਹੇ ਹਨ, ਜਿਸ ਦੇ ਸਮੇਂ ਤੇ ਹਾਲਾਤਾਂ ਬਾਰੇ ਕੁਝ ਨਹੀਂ ਦੱਸਿਆ ਜਾ ਸਕਦਾ, ਜੋ ਗਿਣਤੀ ਤੋਂ ਪਰੇ ਹੈ, ਕਿਸੇ ਨੂੰ ਕੋਈ ਸੋਝੀ ਨਹੀਂ। ਉਸ ਵਾਸਤੇ ਅਰਬਦ ਨਰਬਦ ਅਤੇ ਧੁੰਦੂਕਾਰਾ ਸ਼ਬਦ ਵਰਤੇ ਗਏ ਹਨ। ਧਰਤੀ 'ਤੇ ਆਕਾਸ਼ ਹੈ ਸੀ ਜਾਂ ਨਹੀਂ, ਇਹ ਕਰਤਾ ਹੀ ਜਾਣਦਾ ਹੈ। ਚੰਦ ਸੂਰਜ ਦਿਨ ਰਾਤ ਸੀ ਕਿ ਨਹੀਂ, ਇਸ ਬਾਰੇ ਕਰਤਾਰ ਨੂੰ ਪਤਾ ਹੈ। ਭਾਵ ਕਿਸੇ ਨੂੰ ਕੁਝ ਨਹੀਂ ਪਤਾ ਸੰਸਾਰ ਦੀ ਰਚਨਾ ਤੋਂ ਪਹਿਲਾਂ ਕੀ ਸੀ। ਉਸ ਸਮੇਂ ਪਰਮਾਤਮਾ ਆਪਣੇ ਆਪ ਵਿੱਚ ਹੀ ਮਨ ਨੂੰ ਸਮਾਧੀ ਲਾਈ ਬੈਠਾ ਸੀ, ਜਿਸ ਵਿੱਚ ਕੋਈ ਕਿਸੇ ਕਿਸਮ ਦਾ ਫੁਰਨਾ ਨਹੀਂ ਸੀ। ਖਾਣੀ ਨਾ ਬਾਣੀ, ਪਾਉਣ ਨਾ ਪਾਣੀ, ਪੋਪਤ ਖਪਤ ਨਾ ਆਵਣ ਜਾਣੀ। ਖੰਡ ਪਤਾਲ ਸਪਤ ਨੀ ਸਾਗਰ, ਨਦੀ ਨਾ ਨੀਰ ਵਹਾਏ ਦਾ। ਜਗਤ ਰਚਨਾ ਦੀਆਂ ਖਾਣੀਆਂ ਬਾਣੀਆਂ, ਹਵਾ ਤੇ ਪਾਣੀ, ਉਤਪਤੀ ਤੇ ਪਰਲੋ, ਜੰਮਣ ਤੇ ਮਰਨ ਕੀ ਸੀ, ਉਸ ਬਾਰੇ ਦੱਸਿਆ ਨਹੀਂ ਜਾ ਸਕਦਾ। ਨਦੀਆਂ, ਸਾਗਰ, ਖੰਡ ਪਤਾਲ, ਸਪਤ ਤੇ ਦੀਪ ਵਿੱਚ ਪਾਣੀ ਚੱਲਦਾ ਸੀ ਕਿ ਨਹੀਂ, ਇਸ ਬਾਰੇ ਸਿਰਜਣਹਾਰ ਆਪ ਹੀ ਜਾਣਦਾ ਹੈ। ਵੇਦ ਕਤੇਬ ਨਾ ਸਿਮਰਤ ਸਾਸਤ, ਪਾਠ ਪੁਰਾਣ ਉਦੈ ਨਹੀਂ ਆਸਤ। ਕਹਿਤਾ ਬਗਤਾ ਆਪ ਅਗੋਚਰ, ਆਪੇ ਅਲਖ ਲਖਾਏ ਦਾ। ਉਸ ਸਮੇਂ ਨਾ ਹਿੰਦੂ ਮੱਤ ਦੇ ਗ੍ਰੰਥ ਸ਼ਾਸਤਰ ਸਿਮਰਤੀਆਂ ਅਤੇ ਵੇਦ ਸਨ, ਨਾ ਹੀ ਪੱਛਮੀ ਧਰਮਾਂ ਦੇ ਧਾਰਮਿਕ ਗ੍ਰੰਥਾਂ ਭਾਵ ਮੁਸਲਮਾਨੀ ਮੱਤ ਦੇ ਗ੍ਰੰਥ ਕੁਰਾਨ, ਅੰਜੀਲ, ਜੰਬੂਰ ਅਤੇ ਤੁਰੇਤ ਸਨ। ਉਦੋਂ ਕੋਈ ਵੀ ਕਿਸੇ ਗਿਆਨ ਦੇ ਗ੍ਰੰਥਾਂ ਦਾ ਪਾਠ ਨਹੀਂ ਸੀ ਕਰਦਾ, ਨਾ ਹੀ ਕੋਈ ਸੂਰਜ ਚੜ੍ਹਨ ਅਤੇ ਡੁੱਬਣ ਵਾਲੇ ਪਾਸੇ ਨੂੰ ਨਮਸਕਾਰ ਕਰਦਾ ਸੀ। ਗਿਆਨ ਤੇ ਕਰਮ ਇੰਦਰੀਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲਾ ਪਰਮਾਤਮਾ ਆਪ ਹੀ ਬੋਲਣ ਚੱਲਣ ਵਾਲਾ ਸੀ, ਆਪ ਹੀ ਅਦ੍ਰਿਸ਼ ਸੀ ਅਤੇ ਆਪ ਹੀ ਆਪਣੇ ਆਪ ਨੂੰ ਪ੍ਰਗਟ ਕਰਨ ਵਾਲਾ ਸੀ। ਭਾਵ ਕਲਾ ਵਰਤਾਉਣ ਵਾਲੀ ਸ਼ਕਤੀ ਆਪ ਹੀ ਆਪ ਸੀ। ਜਾਤ ਇਸ ਭਾਣਾ ਤਾਂ ਜਗਤ ਉਪਾਇਆ, ਬਾਝ ਕਲਾ ਅਡਾਨ ਰਹਾਇਆ। ਬ੍ਰਹਮਾ ਵਿਸ਼ਨ ਮਹੇਸ਼ ਉਪਾਏ, ਮਾਇਆ ਮੋਹ ਵਧਾਏ ਦਾ। ਜਦੋਂ ਉਸ ਪਰਮਾਤਮਾ ਦਾ ਹੁਕਮ ਵਰਤਿਆ ਤਾਂ ਉਸਨੇ ਜਗਤ ਪੈਦਾ ਕਰ ਦਿੱਤਾ। ਇਹ ਸਾਰੇ ਜਗਤ ਖਿਲਾਰੇ ਨੂੰ ਉਸ ਨੇ ਕਿਸੇ ਦਿਸ ਦੇ ਸਹਾਰੇ ਤੋਂ ਬਿਨਾਂ ਹੀ ਆਪੋ ਆਪਣੀ ਥਾਂ ਟਿਕਾ ਦਿੱਤਾ। ਭਾਵ ਧਰਤੀ ਤੇ ਆਕਾਸ਼ ਤੇ ਸਾਰੇ ਬ੍ਰਹਿਮੰਡ ਉਸ ਦੀ ਕਲਾ ਆਸਰੇ
ਚੱਲ ਰਹੇ ਹਨ, ਤਦੋਂ ਉਸਨੇ ਬ੍ਰਹਮਾ, ਵਿਸ਼ਨ ਅਤੇ ਸ਼ਿਵ ਵੀ ਪੈਦਾ ਕਰ ਦਿੱਤੇ। ਜਗਤ ਵਿੱਚ ਮਾਇਆ ਮੋਹ ਦਾ ਪ੍ਰਭਾਵ ਪਾ ਦਿੱਤਾ। ਆਪਣੀ ਕਲਾ ਰਾਹੀਂ ਜੀਵ ਨੂੰ ਪੈਦਾ ਕਰਨ, ਪਾਲਣ ਅਤੇ ਨਾਸ਼ ਕਰਨ ਦੇ ਤੱਤ ਪੈਦਾ ਕੀਤੇ। ਸਭ ਕੁਝ ਉਸਦੇ ਆਪਣੇ ਬਣਾਏ ਨਿਯਮਾਂ ਅਨੁਸਾਰ ਚੱਲ ਰਿਹਾ ਹੈ। ਵਿਰਲੇ ਕਉ ਗੁਰ ਸ਼ਬਦ ਸੁਣਾਇਆ, ਕਰ ਕਰ ਦੇਖੇ ਹੁਕਮ ਸੁਭਾਇਆ। ਖੰਡ ਬ੍ਰਹਿਮੰਡ ਪਤਾਲ ਅਰੰਭੇ, ਗੁਪਤੋ ਪ੍ਰਗਟੀ ਆਏ ਦਾ। ਜਿਸ ਕਿਸੇ ਵਿਰਲੇ ਜੀਵ ਨੂੰ ਗੁਰੂ ਨੇ ਉਪਦੇਸ਼ ਸੁਣਾਇਆ, ਭਾਵ ਰੱਬ ਨੇ ਸੋਝੀ ਦਿੱਤੀ, ਉਸ ਨੂੰ ਸਮਝ ਆ ਗਈ ਪਰਮਾਤਮਾ ਸੰਸਾਰ ਦੀ ਰਚਨਾ ਕਰਕੇ ਆਪ ਹੀ ਸੰਭਾਲ ਕਰ ਰਿਹਾ ਹੈ। ਉਸ ਨੇ ਆਪ ਹੀ ਖੰਡ ਬ੍ਰਹਿਮੰਡ ਪਤਾਲ ਆਦਿਕ ਬਣਾਏ ਅਤੇ ਉਹ ਆਪ ਹੀ ਗੁਪਤ ਤੋਂ ਪ੍ਰਗਟ ਹੋਇਆ ਹੈ। ਉਸ ਬਾਰੇ ਉਨਾ ਹੀ ਕੋਈ ਦੱਸ ਸਕਦਾ ਹੈ ਜਿੰਨੀ ਉਹ ਕਿਸੇ ਨੂੰ ਸਮਰੱਥਾ ਦਿੰਦਾ ਹੈ। ਬਾਤ ਚੀਤ ਸਭ ਰਹੀ ਸਿਆਣਪ, ਜਿਸੇ ਜਣਾਵੋ ਸੋ ਜਾਣੇ ਨਾਨਕ। ਨਿਰੀਆਂ ਗਿਆਨ ਦੀਆਂ ਗੱਲਾਂ ਕਰਨ ਅਤੇ ਆਪਣੀ ਸਿਆਣਪ ਸੂਝ ਚਤੁਰਾਈ ਅਕਲ ਦਾ ਮਾਨ ਕਿਸੇ ਕੰਮ ਨਹੀਂ ਆਉਣਾ। ਜਿਨ੍ਹਾਂ ਨੂੰ ਤੂੰ ਪਰਮਾਤਮਾ ਸਿੱਖਿਆ ਸਮਝ ਸੋਝੀ ਦਿੰਦਾ ਹੈ, ਉਹੀ ਜੀਵ ਤੈਨੂੰ ਜਾਣ ਸਕਦਾ ਹੈ। ਤਾਕਾ ਅੰਤ ਨਾ ਜਾਣੇ ਕੋਈ, ਪੂਰੇ ਗੁਰ ਤੇ ਸੋਝੀ ਹੋਈ। ਨਾਨਕ ਸਾਚ ਰਤੇ ਬਿਸਮਾਦੀ, ਬਿਸਮ ਭਏ ਗੁਣ ਗਾਏ ਦਾ। ਕੋਈ ਵੀ ਜੀਵ ਪਰਮਾਤਮਾ ਦੀ ਤਾਕਤ ਦਾ ਅੰਤ ਨਹੀਂ ਪਾ ਸਕਦਾ। ਇਹ ਸਮਝ ਪੂਰੇ ਗੁਰੂ ਤੋਂ ਮਿਲਦੀ ਹੈ। ਇਹ ਨਾਨਕ, ਜਿਹੜੇ ਬੰਦੇ ਉਸ 'ਤੇ ਰਹਿਣ ਵਾਲੇ ਪਰਮਾਤਮਾ ਦੇ ਰੰਗ ਵਿੱਚ ਰੰਗੇ ਜਾਂਦੇ ਹਨ, ਉਸ ਦੀ ਬੇਅੰਤ ਤਾਕਤ ਦੇ ਕੌਤਕ ਦੇਖ ਕੇ ਹੈਰਾਨ ਹੀ ਹੈਰਾਨ ਹੁੰਦੇ ਹਨ ਅਤੇ ਉਸ ਦੇ ਹਮੇਸ਼ਾ ਗੁਣ ਗਾਉਂਦੇ ਰਹਿੰਦੇ ਹਨ। ਕਰਤੇ ਕੀ ਮਿਤ ਨਾ ਜਾਣੇ ਕੀਆ, ਨਾਨਕ ਜੋ ਤਿਸ ਭਾਵੇ ਸੋ ਵਰਤੀਆ। ਕਰਤਾਰ ਦੇ ਵਡੱਪਨ ਦਾ ਅੰਦਾਜ਼ਾ ਉਸ ਦਾ ਪੈਦਾ ਕੀਤਾ ਬੰਦਾ ਨਹੀਂ ਲਗਾ ਸਕਦਾ। ਹੇ ਨਾਨਕ, ਉਹੀ ਕੁਝ ਵਰਤਦਾ ਹੈ ਜੋ ਉਸ ਪ੍ਰਭੂ ਨੂੰ ਪਾਉਂਦਾ ਹੈ। ਜਗ ਤਿਸ ਕੀ ਛਾਇਆ, ਜਿਸ ਬਾਪ ਨਾ ਮਾਇਆ। ਨਾ ਤਿਸ ਭੈਣ ਨਾ ਭਰਾਓ ਕਮਾਇਆ, ਨਾ ਤਿਸ ਉਪਤ ਖਪਤ ਕੁਲ ਜਾਤੀ। ਉਹ ਅਜਰਾਵਰ ਮਨ ਪਾਇਆ। ਸਦਾ ਇੱਕ ਰਸ ਰਹਿਣ ਵਾਲੀ ਸ਼ਕਤੀ ਪਰਮਾਤਮਾ ਆਪ ਹੈ ਅਤੇ ਸਾਰੀ ਰਚਨਾ ਉਸ ਦੀ ਛਾਇਆ ਹੈ। ਆਪਣੇ ਹੁਕਮ ਦੀ ਕਲਾ ਅਨੁਸਾਰ ਜਦੋਂ ਚਾਹੇ ਸਭ ਕੁਝ ਆਪਣੇ ਵਿੱਚ ਸਮੇਟ ਲੈਂਦਾ ਹੈ। ਉਸ ਦਾ ਅੰਦਾਜ਼ਾ ਕੋਈ ਨਹੀਂ ਲਗਾ ਸਕਦਾ। ਜਿਸ ਤਰ੍ਹਾਂ ਪਿਤਾ ਕਾ ਜਨਮ ਕਾ ਜਾਣੇ ਪੂਤ, ਸਗਲ ਪੁਰੋਈ ਆਪਣੇ ਸੋਤ। ਸੁਮਤ ਗਿਆਨ ਧਿਆਨ ਜਿੰਦੇ, ਜਨ ਦਾਸ ਨਾਮ ਤੇ ਆਵੇ ਸੇ। ਪਿਓ ਦਾ ਜਨਮ ਪੁੱਤਰ ਕਿਵੇਂ ਜਾਣ ਸਕਦਾ ਹੈ? ਭਾਵ ਪੈਦਾ ਕਰਨ ਵਾਲੇ ਨੂੰ ਇਸ ਦੀ ਬਣਾਈ ਰਚਨਾ ਨਹੀਂ ਸਮਝ ਸਕਦੀ। ਸਾਰੀ ਰਚਨਾ ਪ੍ਰਭੂ ਨੇ ਆਪਣੇ ਹੁਕਮ ਰੂਪ ਧਾਗੇ ਵਿੱਚ ਪਰੋ ਰੱਖੀ ਹੈ। ਜਿਨ੍ਹਾਂ ਬੰਦਿਆਂ ਨੂੰ ਉੱਚੀ ਮੱਤ ਬਖਸ਼ਦਾ ਹੈ ਅਤੇ ਉਹਨਾਂ ਨੂੰ ਸਮਝ ਦੇ ਕੇ ਸੁਰਤ ਜੋੜਨ ਦੀ ਦਾਤ ਦਿੰਦਾ ਹੈ, ਉਹੀ ਸੇਵਕ ਆਪਣੀ ਮੱਤ ਛੱਡ ਕੇ ਗੁਰਮਤਿ ਰਾਹੀਂ ਪਰਮਾਤਮਾ ਨੂੰ ਹਿਰਦੇ ਵਿੱਚ ਅਰਾਧਦੇ ਹਨ। ਕਤ ਕੀ ਮਾਈ ਬਾਪ ਕਤ ਕੇਰਾ, ਕਿਦੂ ਥਾਵੋ ਹਮ ਆਏ। ਅਗਨ ਬਿੰਬ ਜਲ ਭੀਤਰ ਨਿਪਜੇ, ਕਾਹੇ ਕੰਮ ਉਪਾਏ। ਮੇਰੇ ਸਹਿਬਾ ਕੌਣ ਜਾਣੈ ਗੁਣ ਤੇਰੇ, ਕਹੇ ਨਾ ਜਾਣੀ ਔਗਣ ਮੇਰੇ। ਰਹਾਓ। ਇਸ ਸ਼ਬਦ ਵਿੱਚ ਪਹਿਲੀ ਪਾਤਸ਼ਾਹੀ ਉਪਦੇਸ਼ ਦੇ ਰਹੇ ਹਨ। ਮੋਹ ਕਾਰਨ ਤੂੰ ਕਿਸੇ ਨੂੰ ਆਪਣਾ ਸਮਝਦਾ ਹੈ ਅਤੇ ਕਿਸੇ ਨੂੰ ਬੇਗਾਨਾ। ਅਗਿਆਨਤਾ ਕਾਰਨ ਤੈਨੂੰ ਇਸ ਗੱਲ ਦੀ ਵਿਚਾਰ ਨਹੀਂ ਫੁਰਦੀ ਕਿ ਪਰਮਾਤਮਾ ਨੇ ਤੈਨੂੰ ਅੱਗ ਪਾਣੀ ਤਮੋ ਗੁਣ ਸਤੋ ਗੁਣ ਅਤੇ ਰਜੋ ਗੁਣ ਪਾ ਕੇ ਮਾਂ ਦੇ ਪੇਟ ਵਿੱਚ ਤੇਰੀ ਪਾਲਣਾ ਕੀਤੀ ਹੈ, ਫਿਰ ਸੰਸਾਰ ਵਿੱਚ ਭੇਜਿਆ ਹੈ। ਹੇ ਮੇਰੇ ਮਾਲਕ, ਤੇਰੇ ਗੁਣਾਂ ਨੂੰ ਕੋਈ ਨਹੀਂ ਜਾਣ ਸਕਦਾ। ਮੇਰੇ ਅੰਦਰ ਇਤਨੇ ਔਗਣ ਹਨ, ਉਹ ਗਿਣੇ ਨਹੀਂ ਜਾ ਸਕਦੇ। ਜੈ ਕਾਰਨ ਵੇਦ ਬ੍ਰਹਮੇ ਉਚਰੇ, ਸ਼ੰਕਰ ਛੋਡੀ ਮਾਇਆ। ਜੈ ਕਾਰਨ ਸਿਧ ਭਏ ਉਦਾਸੀ, ਦੇਵੀ ਮਰਮ ਨਾ ਪਾਇਆ। ਜਿਸ ਪਰਮਾਤਮਾ ਦੇ ਮਿਲਾਪ ਦੀ ਖਾਤਰ ਬ੍ਰਹਮਾ ਨੇ ਵੇਦ ਉਚਾਰੇ ਅਤੇ ਸ਼ਿਵ ਜੀ ਨੇ ਦੁਨਿਆਵੀ ਪਦਾਰਥਾਂ ਦਾ ਮੋਹ ਤਿਆਗਿਆ। ਜਿਸ ਪ੍ਰਭੂ ਨੂੰ ਮਿਲਣ ਵਾਸਤੇ ਯੋਗ ਸਾਧਨਾ 'ਚ ਪੁੱਗੇ ਹੋਏ ਯੋਗੀ ਵਿਰਕਤ ਹੋ ਗਏ, ਉਹ ਬੜਾ ਬੇਅੰਤ ਹੈ। ਦੇਵਤਿਆਂ ਨੇ ਵੀ ਉਸ ਦਾ ਭੇਦ ਨਹੀਂ ਪਾਇਆ। ਅਗਨ ਬਿੰਬ ਪਵਣੇ ਕੀ ਬਾਣੀ, ਤੀਨ ਨਾਮ ਕੇ ਦਾਸਾ। ਤੇ ਤਸਕਰ ਜੋ ਨਾਮ ਨਾ ਲੇਵੇ, ਵਾਸੇ ਕੋਟ ਪੰਚਾਸਾ। ਇਹ ਸਾਰਾ ਜਗਤ ਤਮੋ ਗੁਣ ਸਤੋ ਗੁਣ ਅਤੇ ਰਜੋ ਗੁਣ ਦੀ ਰਚਨਾ ਹੈ। ਸਾਰੇ ਜੀਵ ਜੰਤ ਇਹਨਾਂ ਗੁਣਾਂ ਦੇ ਅਧੀਨ ਹਨ। ਇਹ ਤਿੰਨੇ ਗੁਣ ਪ੍ਰਭੂ ਦੇ ਨਾਮ ਦੇ ਦਾਸ ਹਨ। ਜਿਹੜੇ ਬੰਦੇ ਗੁਰੂ ਦਾ ਨਾਮ ਜਪਦੇ ਹਨ, ਉਹਨਾਂ ਉੱਤੇ ਇਹ ਤਿੰਨ ਗੁਣ ਜ਼ੋਰ ਨਹੀਂ ਪਾ ਸਕਦੇ। ਅਤੇ ਜਿਹੜੇ ਗੁਰੂ ਦਾ ਨਾਮ ਨਹੀਂ ਜਪਦੇ, ਸਰਵ ਵਿਆਪਕ ਸ਼ਕਤੀ ਦੀ ਸ਼ਰਨ ਵਿੱਚ ਨਹੀਂ ਰਹਿੰਦੇ, ਉਹ ਚੋਰ ਹਨ, ਹਰ ਵੇਲੇ ਪਰੇਸ਼ਾਨ ਰਹਿੰਦੇ ਹਨ। ਪਰ ਜੀਵ ਦੇ ਕੀ ਵਸ, ਇਹ ਸਭ ਪ੍ਰਭੂ ਦੇ ਹੁਕਮ ਵਿੱਚ ਹੀ ਹੋ ਰਿਹਾ ਹੈ। ਸਤਿਗੁਰ ਸਭ 'ਤੇ ਮਿਹਰ ਕਰਨ, ਸਮੱਤ ਬਖਸ਼ਣ, ਆਪਦੇ ਚਰਨਾਂ ਨਾਲ ਜੋੜਨ, ਤਾਂ ਕਿ ਅਸੀਂ ਆਪਣੇ ਸੰਸਾਰ ਦੀ ਜੀਵਨ ਯਾਤਰਾ ਸਫਲ ਕਰ ਸਕੀਏ।